ਸ਼੍ਰੀ ਅਕਾਲ। ਅੱਜ ਦੇ ਇਸ ਬੁਲੇਟਿਨ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। WE ਚੈਰਿਟੀ ਦੇ ਇਵੈਂਟਸ ਵਿੱਚ ਜਾਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ, ਭਰਾ ਤੇ ਪਤਨੀ ਨੇ ਲਏ ਹਜ਼ਾਰਾਂ ਡਾਲਰ। ਉੱਠੇ ਕਈ ਸਵਾਲ। ਐਲਬਰਟਾ ਵਿੱਚ ਕਿੰਨੇ ਕੈਂਡੀਡੇਟਸ ਨੂੰ ਗਿਆ PR ਦੇ ਲਈ ਇਨਵੀਟੇਸ਼ਨ। AINP ਦੇ ਲਈ ਇਸ ਸਮੇਂ ਯੋਗਤਾ ਵਿੱਚ ਕੀ ਹੋਈਆਂ ਨੇ ਤਬਦੀਲੀਆਂ, ਦੱਸਾਂਗੇ ਖਬਰਾਂ ਵਿੱਚ। ਹੈਮਿਲਟਨ ਪੁਲਿਸ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਮਾਰੀ ਸੀ ਗੋਲੀ। ਉਸ ਵਿਅਕਤੀ ਨੇ ਤੋੜਿਆ ਦਮ। ਆਜ਼ਾਦ ਤੌਰ ਤੇ ਹੋ ਰਹੀ ਹੈ ਜਾਂਚ। ਲੰਡਨ 'ਚ SUV ਨਾਲ ਟਰੱਕ ਦੀ ਭਿਆਨਕ ਟੱਕਰ ਵਿੱਚ 19 ਸਾਲਾ ਨੌਜਵਾਨ ਦੀ ਮੌਤ। ਪੁਲਿਸ ਨੇ ਦੱਸੀ ਪਛਾਣ। ਟਰੱਕ ਡਰਾਈਵਰ ਗੰਭੀਰ ਜ਼ਖਮੀ। ਓਨਟਾਰੀਓ 'ਚ ਪੁਲਿਸ ਨੂੰ ਇੱਕ ਵਿਅਕਤੀ ਦੀ ਮਿਲੀ ਲਾਸ਼। ਵਿਅਕਤੀ ਦੀ ਪਛਾਣ ਵੀ ਪੁਲਿਸ ਨੇ ਦੱਸੀ। ਪ੍ਰਿੰਸ ਜਾਰਜ ਵਿੱਚ ਮੋਟਲ ਨੂੰ ਅੱਗ ਲੱਗਣ ਦੇ ਮਾਮਲੇ 'ਚ ਅਪਡੇਟ। ਪੁਲਿਸ ਕਈ ਦਿਨ ਤੱਕ ਕਰੇਗੀ ਉੱਥੇ ਜਾਂਚ। ਓਟਵਾ 'ਚ ਕਮਿਊਨਿਸਟ ਪੀੜਤਾਂ ਲਈ ਬਣਾਈ ਜਾ ਰਹੀ ਹੈ ਯਾਦਗਾਰ, ਤਾਂ ਆਰਜ਼ੀ ਤੌਰ ਤੇ ਲਗਾਏ ਬੋਰਡ ਦੇ ਉੱਤੇ ਕਿਸੇ ਨੇ ਕੀਤੀਆਂ ਟਿੱਪਣੀਆਂ। ਬ੍ਰਿਟਿਸ਼ ਕੋਲੰਬੀਆ ਦੇ ਹਸਪਤਾਲਾਂ ਵਿੱਚ ਸਟਾਫ ਵੱਲੋਂ ਮੂਲ ਨਿਵਾਸੀਆਂ ਦੇ ਨਾਲ ਨਸਲੀ ਵਿਤਕਰੇ ਦਾ ਮਾਮਲਾ। ਦੱਸਾਂਗੇ ਸਰਕਾਰੀ ਅਧਿਕਾਰੀਆਂ ਨੇ ਕੀ ਦਿੱਤੀ ਅਪਡੇਟ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। WE ਚੈਰਿਟੀ ਦੇ ਜੋ ਮਾਲਕ ਨੇ ਤੇ ਉਸ ਟੀਮ ਦੇ ਸਬੰਧ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਰਿਵਾਰ ਦੇ ਨਾਲ ਹੋਣ ਦੀ ਗੱਲ ਬਾਰ-ਬਾਰ ਕਹੀ ਜਾ ਰਹੀ ਹੈ ਕਿ ਕਾਰਨ ਇਹੋ ਦੱਸਿਆ ਜਾ ਰਿਹਾ ਹੈ ਕਿ WE ਚੈਰਿਟੀ ਨੂੰ ਫੈਡਰਲ ਜੋ ਪ੍ਰੋਜੈਕਟ ਸੀ ਉਹ ਮਿਲਿਆ, ਤਾਂ ਕਿ ਵਿਦਿਆਰਥੀ ਜਿਨ੍ਹਾਂ ਨੇ ਵਲੰਟੀਅਰ ਕੰਮ ਕਰਨਾ ਸੀ ਉਹਨਾਂ ਨੂੰ ਗ੍ਰਾਂਟਸ ਦਿੱਤੀਆਂ ਜਾ ਸਕਣ। ਜਿਸ ਤੋਂ ਬਾਅਦ ਉਹ ਜਿਹੜਾ ਪ੍ਰੋਜੈਕਟ ਉਹਨਾਂ ਨੂੰ ਮਿਲਿਆ ਸੀ ਉਹ ਤਾਂ ਖਤਮ ਹੋ ਗਿਆ ਕਿ ਉਹਨਾਂ ਤੋਂ ਲੈ ਲਿਆ ਗਿਆ, ਕਿਉਂਕਿ ਜਦੋਂ ਇਸ ਦੇ ਉੱਤੇ ਕਈ ਸਵਾਲ ਉੱਠੇ। ਪਰ ਹੁਣ ਕਈ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਹੋਰ ਸਵਾਲ ਸਾਹਮਣੇ ਆ ਰਹੇ ਨੇ, ਜਿਸ ਦੇ ਵਿੱਚ ਇੱਕ ਇਸ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਰਾ ਤੇ ਉਹਨਾਂ ਦੀ ਪਤਨੀ WE ਚੈਰਿਟੀ ਦੇ ਇਵੈਂਟਸ ਵਿੱਚ ਜਦੋਂ ਉਹਨਾਂ ਨੇ ਹਿੱਸਾ ਲਿਆ ਤਾਂ ਕਈ ਹਜ਼ਾਰ ਡਾਲਰ ਉਹਨਾਂ ਦੇ ਇਵੈਂਟਸ ਵਿੱਚ ਹਿੱਸਾ ਲੈਣ ਤੇ ਭਾਸ਼ਣ ਦੇਣ ਦੇ ਵਾਸਤੇ ਉਹਨਾਂ ਦੇ ਵੱਲੋਂ ਲਏ ਜਾਂਦੇ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜਦੋਂ ਤੋਂ ਐਲਾਨ ਕੀਤਾ ਗਿਆ ਕਿ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਦੇ ਵਾਸਤੇ 19.5 ਮਿਲੀਅਨ ਡਾਲਰ ਦਾ ਕੰਟਰੈਕਟ WE ਚੈਰਿਟੀ ਨੂੰ ਦਿੱਤਾ ਜਾ ਰਿਹਾ ਹੈ, ਫਿਰ ਬਾਅਦ ਵਿੱਚ ਬੇਸ਼ੱਕ ਇਸ ਕੰਟਰੈਕਟ ਨੂੰ ਖਤਮ ਕਰ ਦਿੱਤਾ ਗਿਆ ਕਿ WE ਚੈਰਿਟੀ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਲਗਾਤਾਰ ਕਈ ਤਰ੍ਹਾਂ ਦੇ ਸਵਾਲ ਇਸ ਮੌਕੇ ਸਾਹਮਣੇ ਆਉਂਦੇ ਜਾ ਰਹੇ ਨੇ। ਤਾਜ਼ਾ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਵਿੱਚ CBC ਤੇ CTV ਦੇ ਵੱਲੋਂ ਵੱਖੋ-ਵੱਖਰੀਆਂ ਰਿਪੋਰਟਸ ਪੇਸ਼ ਕੀਤੀਆਂ ਗਈਆਂ ਨੇ, ਜਿਸ ਦੇ ਵਿੱਚ ਇੱਕ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਸਾਲ 2016 ਤੋਂ ਲੈ ਕੇ ਸਾਲ 2020 ਦੇ ਦਰਮਿਆਨ WE ਚੈਰਿਟੀ ਦੇ ਵੱਲੋਂ ਜਿਹੜੇ ਇਵੈਂਟ ਕਰਵਾਏ ਗਏ ਉਹਨਾਂ ਵਿੱਚ ਆਉਣ ਤੇ ਨਾਲ ਹੀ ਭਾਸ਼ਣ ਦੇਣ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਮਾਰਗਰੇਟ ਟਰੂਡੋ ਤੇ ਉਹਨਾਂ ਦਾ ਭਰਾ ਅਲੈਗਜ਼ੈਂਡਰ ਟਰੂਡੋ, ਇਹਨਾਂ ਦੋਵਾਂ ਨੂੰ ਕਾਫੀ ਜ਼ਿਆਦਾ ਪੈਸੇ ਦਿੱਤੇ ਗਏ ਨੇ ਤਾਂ ਕਿ ਉਹ ਉਹਨਾਂ ਇਵੈਂਟਸ ਵਿੱਚ ਸ਼ਾਮਲ ਹੋ ਸਕਣ ਤੇ ਉੱਥੇ ਆ ਕੇ ਭਾਸ਼ਣ ਦੇ ਸਕਣ, ਜਿਸ ਦੇ ਲਈ ਸਪੀਕਰਸ ਸਪੌਟਲਾਈਟ ਬਿਊਰੋ ਦੇ ਨਾਲ ਉਹ ਰਜਿਸਟਰਡ ਨੇ ਦੋਵੇਂ ਜਣੇ, ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਦੱਸਿਆ ਗਿਆ ਹੈ ਕਿ WE ਚੈਰਿਟੀ ਦੇ ਵੱਲੋਂ ਜਿਹੜੇ ਇਵੈਂਟ ਕਰਵਾਏ ਗਏ ਉਸ ਦੇ ਵਾਸਤੇ 28 ਇਵੈਂਟਸ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਨੂੰ 2.5 ਲੱਖ ਡਾਲਰ ਦਿੱਤੇ ਗਏ ਨੇ ਤੇ ਅਲੈਗਜ਼ੈਂਡਰ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਰਾ ਹੈ ਉਸ ਨੂੰ 8 ਇਵੈਂਟਸ ਦੇ ਵਾਸਤੇ ਕਰੀਬ 32,000 ਡਾਲਰ ਦਿੱਤੇ ਗਏ ਨੇ। ਇਸ ਦੇ ਵਿੱਚ ਇੱਕ ਰਿਪੋਰਟ ਇਹ ਵੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਲਿਬਰਲ ਪਾਰਟੀ ਦੇ ਲੀਡਰ ਨਹੀਂ ਬਣੇ ਸਨ ਸਾਲ 2012 ਵਿੱਚ, ਉਸ ਸਮੇਂ WE ਚੈਰਿਟੀ ਦੇ ਵੱਲੋਂ ਇੱਕ ਇਵੈਂਟ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਜਸਟਿਨ ਟਰੂਡੋ ਦੀ ਪਤਨੀ ਸੋਫੀ ਟਰੂਡੋ ਨੇ ਹਿੱਸਾ ਲਿਆ ਸੀ ਤੇ ਉਸ ਇਵੈਂਟ ਦੇ ਵਿੱਚ ਹਿੱਸਾ ਲੈਣ ਲਈ ਸੋਫੀ ਟਰੂਡੋ ਨੂੰ 1500 ਡਾਲਰ ਦੇ ਕਰੀਬ ਪੈਸੇ ਦਿੱਤੇ ਗਏ ਸਨ। ਹੁਣ ਤੁਹਾਨੂੰ ਦੱਸ ਦਿਆਂ ਕਿ ਅਲਬਰਟਾ ਦੇ ਵਿੱਚ ਜੋ AINP ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ ਕੈਂਡੀਡੇਟਸ ਨੂੰ, ਉਸ ਦੇ ਬਾਰੇ ਕੀ ਅਪਡੇਟ ਹੈ। COVID-19 ਦੇ ਕਰਕੇ ਇਮੀਗ੍ਰੇਸ਼ਨ ਦੇ ਵੱਖੋ-ਵੱਖਰੇ ਪ੍ਰੋਗਰਾਮਸ ਤੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਵੀ ਕਾਫੀ ਤਬਦੀਲੀਆਂ ਆਈਆਂ ਨੇ। ਸੂਬਿਆਂ ਦੇ ਵੱਲੋਂ ਜੋ PNP ਦੇ ਤਹਿਤ ਵੀ ਇਨਵੀਟੇਸ਼ਨ ਦਿੱਤੇ ਜਾਂਦੇ ਨੇ ਉਹਨਾਂ ਵਿੱਚ ਵੀ ਤਬਦੀਲੀਆਂ ਆਈਆਂ ਨੇ। ਜੇਕਰ ਅਲਬਰਟਾ ਦੀ ਗੱਲ ਕਰਦੇ ਹਾਂ ਤਾਂ ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਤਹਿਤ ਤਾਜ਼ਾ 187 ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ, ਜੋ ਕਿ ਅਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਅਧੀਨ ਭੇਜੇ ਗਏ ਨੇ। ਜੂਨ 17 ਨੂੰ ਇਹ ਭੇਜੇ ਗਏ ਸਨ ਤੇ 187 ਵਿਅਕਤੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਦੇ ਵਾਸਤੇ ਇਹ ਇਨਵੀਟੇਸ਼ਨ ਭੇਜੇ ਗਏ, ਜਿਸ ਵਿੱਚ ਘੱਟੋ ਘੱਟ ਸਕੋਰ ਸੀ ਜੋ ਉਹ 303 ਤੱਕ ਗਿਆ। ਪਰ ਇਸ ਦੇ ਵਿੱਚ ਹੁਣ ਲਾਜ਼ਮੀ ਕੀ ਹੈ ਕਿ ਪਹਿਲਾਂ ਤਾਂ ਹੁੰਦਾ ਸੀ ਕਿ ਅਲਬਰਟਾ ਦੇ ਵਿੱਚ ਕੈਨੇਡਾ ਤੇ ਬਾਹਰ ਤੋਂ ਵੀ ਜਿਨ੍ਹਾਂ ਦੇ ਪੁਆਇੰਟ ਬਣਦੇ ਨੇ ਉਹ PNP ਦੇ ਵਾਸਤੇ ਅਪਲਾਈ ਕਰ ਸਕਦੇ ਹੁੰਦੇ ਸੀ, ਪਰ ਹੁਣ AINP ਦੇ ਵਾਸਤੇ ਸਿਰਫ ਉਹ ਹੀ ਅਪਲਾਈ ਕਰ ਸਕਦੇ ਨੇ ਜੋ ਇਸ ਸਮੇਂ ਅਲਬਰਟਾ ਦੇ ਵਿੱਚ ਕੰਮ ਕਰ ਰਹੇ ਹੋਣ
ਤੇ ਜਾਂ ਫਿਰ ਉਹ ਘਰ ਤੋਂ ਹੀ ਕੰਮ ਕਿਉਂ ਨਾ ਕਰ ਰਹੇ ਹੋਣ ਤੇ ਉਹਨਾਂ ਦੇ ਕੋਲ ਜੌਬ ਆਫਰ ਲੈਟਰ ਹੋਣਾ ਜ਼ਰੂਰੀ ਹੈ ਤੇ ਫੁੱਲ ਟਾਈਮ ਉਹ ਕੰਮ ਕਰਦੇ ਹੋਣੇ ਜ਼ਰੂਰੀ ਨੇ ਤੇ ਉਹਨਾਂ ਨੂੰ ਪੂਰੀ ਤਨਖਾਹ ਮਿਲ ਰਹੀ ਹੋਵੇ ਤੇ ਪ੍ਰੋਵਿੰਸ਼ੀਅਲ ਮਿਨੀਮਮ ਵੇਜ ਦੇ ਤਹਿਤ ਜਿਹੜਾ ਕਾਨੂੰਨ ਹੈ ਉਸ ਨਾਲ ਉਹਨਾਂ ਦੀ ਅਰਜ਼ੀ ਮੇਲ ਖਾਂਦੀ ਹੋਵੇ ਤੇ LMIA ਵੀ ਉਹਨਾਂ ਕੋਲ ਹੋ ਸਕਦੀ ਹੈ। ਜਿਸ ਤੋਂ ਬਾਅਦ INP ਦੀ ਪ੍ਰਕਿਰਿਆ ਹੁੰਦੀ ਹੈ ਤੇ ਫਿਰ ਕੈਂਡੀਡੇਟਸ ਨੂੰ 600 ਨੰਬਰ ਹੋਰ ਮਿਲ ਜਾਂਦੇ ਨੇ, ਜਿਸ ਤੋਂ ਬਾਅਦ ਉਹ ਫੈਡਰਲ ਤੇ ਐਕਸਪ੍ਰੈਸ ਐਂਟਰੀ ਦੇ ਵਾਸਤੇ PR ਲਈ ਅਪਲਾਈ ਕਰ ਸਕਦੇ ਨੇ। ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਹੁਣ ਤੱਕ ਐਲਬਰਟਾ ਦੇ ਵਿੱਚੋਂ 1785 ਵਿਅਕਤੀਆਂ ਨੂੰ ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਦੇ ਵਾਸਤੇ ਭੇਜੇ ਜਾ ਚੁੱਕੇ ਨੇ। ਸਾਲ 2019 ਦੇ ਵਿੱਚ ਐਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਤਹਿਤ 6884 ਇਨਵੀਟੇਸ਼ਨ ਭੇਜੇ ਗਏ ਸਨ। ਹੈਮਿਲਟਨ ਵਿੱਚ 2 ਪੁਲਿਸ ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਦਰਅਸਲ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਸ ਵਿਅਕਤੀ ਕੋਲ ਵਾਹਨ 'ਚ ਹਥਿਆਰ ਮੌਜੂਦ ਸੀ ਤੇ ਉਸ ਤੋਂ ਬਾਅਦ ਉਸ ਵਿਅਕਤੀ ਨੇ ਹੁਣ ਦਮ ਵੀ ਤੋੜ ਦਿੱਤਾ, ਜਿਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਆਜ਼ਾਦ ਤੌਰ ਤੇ ਇਸ ਦੇ ਉੱਤੇ ਜਾਂਚ ਬੈਠ ਗਈ ਹੈ। ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 42 ਸਾਲਾ ਵਿਅਕਤੀ ਜਿਸ ਨੂੰ ਹੈਮਿਲਟਨ ਪੁਲਿਸ ਦੀ ਗੋਲੀ ਲੱਗੀ ਸੀ, ਮੰਗਲਵਾਰ ਨੂੰ ਉਸਨੇ ਦਮ ਤੋੜ ਦਿੱਤਾ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਕਨਵੀਨੀਅੰਸ ਸਟੋਰ ਦੀ ਪਾਰਕਿੰਗ ਦੇ ਵਿੱਚ ਕੈਨਨ ਸਟਰੀਟ ਈਸਟ ਖੇਤਰ 'ਚ ਇਹ ਮਾਮਲਾ ਵਾਪਰਿਆ, ਜਿਸ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਪਹਿਰ 3:15 ਦੇ ਕਰੀਬ ਪੁਸ਼ਟੀ ਕੀਤੀ ਗਈ ਹੈ ਕਿ ਉਸ ਵਿਅਕਤੀ ਦੀ ਮੌਤ ਹੋ ਗਈ। ਹਸਪਤਾਲ ਦੇ ਵਿੱਚ ਉਹ ਵਿਅਕਤੀ ਉਸ ਸਮੇਂ ਇਲਾਜ ਅਧੀਨ ਸੀ। ਹੈਮਿਲਟਨ ਪੁਲਿਸ ਨੇ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਉਹਨਾਂ ਨੂੰ ਇੱਕ ਫੋਨ ਆਇਆ, ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਵਾਹਨ ਦੇ ਵਿੱਚ ਵਿਅਕਤੀ ਦੇ ਕੋਲ ਹਥਿਆਰ ਸੀ। ਪੁਲਿਸ ਨੇ ਉਸ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਇਹ SIU ਨੇ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਸ ਵਿਅਕਤੀ ਨਾਲ ਗੱਲਬਾਤ ਵੀ ਕੀਤੀ ਪਰ ਤੇ ਫਿਰ ਇੱਕਦਮ ਦੋਵੇਂ ਪੁਲਿਸ ਅਧਿਕਾਰੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਪਰ ਇੱਕ ਦਿਨ ਬਾਅਦ ਉਸਨੇ ਉੱਥੇ ਦਮ ਤੋੜ ਦਿੱਤਾ। ਜੋ ਇਸ ਸਮੇਂ ਟੀਮ ਜਾਂਚ ਕਰ ਰਹੀ ਹੈ, ਉਸ ਦਾ ਕਹਿਣਾ ਹੈ ਕਿ ਦੋਵੇਂ ਪੁਲਿਸ ਅਧਿਕਾਰੀਆਂ ਦੇ ਜੋ ਹਥਿਆਰ ਸਨ ਤੇ ਨਾਲ ਹੀ ਇੱਕ ਸ਼ਾਟਗਨ ਮੌਕੇ ਤੇ ਉਹਨਾਂ ਨੂੰ ਮਿਲੀ ਹੈ ਤੇ ਇਸ ਦੌਰਾਨ ਜਾਂਚ ਟੀਮ ਦਾ ਕਹਿਣਾ ਹੈ ਕਿ ਹਜੇ ਉਹ ਲਗਾਤਾਰ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਨੇ, ਜਿਸ ਦੇ ਵਿੱਚ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ 2 ਪੁਲਿਸ ਅਧਿਕਾਰੀ ਸ਼ਾਮਲ ਨੇ ਤੇ ਉੱਥੇ ਮੌਕੇ ਤੇ 4 ਹੋਰ ਪੁਲਿਸ ਅਧਿਕਾਰੀ ਸਨ ਮੌਜੂਦ, ਜੋ ਕਿ ਚਸ਼ਮਦੀਦ ਨੇ, ਜਿਨ੍ਹਾਂ ਦੀ ਇੰਟਰਵਿਊ ਵੀ ਲਈ ਗਈ ਹੈ, ਜਿਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਤੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਹੋਰ ਜਾਣਕਾਰੀ ਹੋਵੇ ਤਾਂ ਸਿੱਧਾ SIU ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਗਲੀ ਖਬਰ ਓਨਟਾਰੀਓ ਦੇ ਲੰਡਨ ਤੋਂ ਹੈ, ਜਿੱਥੇ ਕਿ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋਈ ਤੇ ਉਸ ਨੌਜਵਾਨ ਦੀ ਪਛਾਣ ਹੁਣ ਪੁਲਿਸ ਨੇ ਜਨਤਕ ਕੀਤੀ ਹੈ। ਦਰਅਸਲ ਉਹ ਨੌਜਵਾਨ ਗੱਡੀ ਚਲਾ ਰਿਹਾ ਸੀ ਤੇ ਉਸ ਗੱਡੀ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ। ਟਰੱਕ ਡਰਾਈਵਰ ਵੀ ਗੰਭੀਰ ਜ਼ਖਮੀ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਉਸ ਨੌਜਵਾਨ ਦੀ ਪਛਾਣ ਦੱਸ ਦਿੱਤੀ ਹੈ, ਜਿਸ ਦੀ ਕਿ ਕੱਲ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋਈ। 19 ਸਾਲਾ ਨੌਜਵਾਨ SUV ਚਲਾ ਰਿਹਾ ਸੀ ਲੰਡਨ ਦੇ ਦੱਖਣੀ ਖੇਤਰ ਵਿੱਚ ਜਦੋਂ ਉਸ ਦੀ ਗੱਡੀ ਟਰੈਕਟਰ ਟ੍ਰੇਲਰ ਦੇ ਵਿੱਚ ਜਾ ਟਕਰਾਈ, ਜਿਸ ਤੋਂ ਬਾਅਦ ਟਰੈਕਟਰ ਟ੍ਰੇਲਰ ਨੂੰ ਵੀ ਅੱਗ ਲੱਗ ਗਈ। ਹਾਦਸਾ ਕਾਫੀ ਭਿਆਨਕ ਸੀ, ਜਿਸ ਦੇ ਵਿੱਚ 19 ਸਾਲਾ ਅਲੈਗਜ਼ੈਂਡਰ ਸਿਓਲਸ ਦੀ ਮੌਕੇ ਤੇ ਮੌਤ ਹੋ ਗਈ। 8 ਮਾਈਲ ਰੋਡ ਦੇ ਉੱਤਰੀ ਹਿੱਸੇ ਵਾਲੇ ਹਾਦਸਾ ਵਾਪਰਿਆ, ਜਿਸ ਦੇ ਵਿੱਚ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਟਰੱਕ ਡਰਾਈਵਰ ਦੀ ਜਾਨ ਤਾਂ ਬਚ ਗਈ ਪਰ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹ ਗੰਭੀਰ ਹਾਲਤ ਵਿੱਚ ਹੈ। ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਹਜੇ ਉਹ ਹਾਦਸੇ ਦਾ ਕਾਰਨ ਨਹੀਂ ਦੱਸ ਸਕਦੇ, ਕਿਉਂਕਿ ਉਹਨਾਂ ਦੇ ਵੱਲੋਂ ਹਜੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਅੱਜ ਸਿਰਫ 19 ਸਾਲਾ ਨੌਜਵਾਨ ਜਿਸ ਦੀ ਮੌਤ ਹੋਈ ਉਸ ਦੀ ਪਛਾਣ ਨੂੰ ਹੀ ਜਨਤਕ ਕੀਤਾ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਵੱਲੋਂ ਕਹਿਣਾ ਹੈ ਕਿ ਉਹਨਾਂ ਦੀ ਟੈਕਨੀਕਲ ਟ੍ਰੈਫਿਕ ਕੋਲੀਜਨ ਟੀਮ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਓਨਟਾਰੀਓ ਵਿੱਚ ਇੱਕ ਥਾਂ ਤੇ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਪੋਸਟਮਾਰਟਮ ਵੀ ਹੋ ਗਿਆ ਹੈ ਤੇ ਉਸ ਦੀ ਪਛਾਣ ਹੁਣ ਪੁਲਿਸ ਨੇ ਜਨਤਕ ਕੀਤੀ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇੱਕ ਵਿਅਕਤੀ ਦੀ ਮੌਤ ਦੇ ਬਾਰੇ ਜਾਣਕਾਰੀ ਦਿੱਤੀ ਹੈ। ਫੋਰਟ ਫ੍ਰਾਂਸਿਸ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਪੁਲਿਸ ਨੇ ਵੀ ਕਿਹਾ ਕਿ ਇਸ ਨਾਲ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇੱਕ ਪ੍ਰਾਪਰਟੀ ਦੀ ਚੈਕਿੰਗ ਕਰ ਰਹੇ ਸੀ, ਜੋ ਕਿ 800 ਸਕਾਟ ਸਟਰੀਟ ਦੇ ਉੱਤੇ ਹੈ, ਜਿਸ ਨੂੰ ਕਿ ਵਾਈਟ ਪਾਈਨਿਨ ਵੀ ਕਿਹਾ ਜਾਂਦਾ ਹੈ। ਸਵੇਰੇ 9:15 ਵਜੇ ਐਤਵਾਰ ਦਾ ਦਿਨ ਸੀ ਜਦੋਂ ਉਹਨਾਂ ਨੂੰ ਉੱਥੇ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੇ ਬਾਰੇ ਪੁਲਿਸ ਨੇ ਉਸ ਸਮੇਂ ਤਾਂ ਜਾਣਕਾਰੀ ਨਹੀਂ ਦਿੱਤੀ, ਪਰ ਪੁਲਿਸ ਨੇ ਕਿਹਾ
ਅੱਜ ਇਸ ਦੇ ਬਾਰੇ ਸਾਰੀ ਜਾਣਕਾਰੀ ਜਾਰੀ ਕਰਦੇ ਹੋਏ ਕਿ ਟੋਰਾਂਟੋ ਵਿੱਚ ਬੁੱਧਵਾਰ ਨੂੰ ਉਸ ਵਿਅਕਤੀ ਦਾ ਪੋਸਟਮਾਰਟਮ ਹੋ ਗਿਆ, ਜਿਸ ਤੋਂ ਬਾਅਦ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਵੀਰਵਾਰ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਅਕਤੀ ਦੀ ਪਛਾਣ 52 ਸਾਲਾ ਥਾਮਸ ਰੋਇਨ ਦੇ ਵਜੋਂ ਹੋਈ ਹੈ, ਜੋ ਕਿ ਫੋਰਟ ਫ੍ਰਾਂਸਿਸ ਦੇ ਵਿੱਚ ਰਹਿਣ ਵਾਲਾ ਸੀ। ਇਸ ਦੇ ਲਈ OPP ਤੇ ਕ੍ਰਾਈਮ ਸਟਾਪਰਸ ਦੇ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਜੇਕਰ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ। ਤੇ ਇਸ ਦੇ ਬਾਰੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜਾਂਚ ਜਾਰੀ ਹੈ। ਤੁਹਾਨੂੰ ਦੱਸਿਆ ਸੀ ਕਿ ਪ੍ਰਿੰਸ ਜਾਰਜ ਵਿੱਚ ਇੱਕ ਮੋਟੇਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਪੁਲਿਸ ਨੂੰ 3 ਲਾਸ਼ਾਂ ਮਿਲੀਆਂ। ਉਸ ਮਾਮਲੇ ਵਿੱਚ ਹੁਣ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੀ ਇੱਕ ਸਪੈਸ਼ਲ ਟੀਮ ਕਈ ਦਿਨ ਦੇ ਵਾਸਤੇ ਜਾਂਚ ਕਰੇਗੀ। ਮੌਤ ਦਾ ਕਾਰਨ ਕਾਫੀ ਸ਼ੱਕੀ ਜਾਪ ਰਿਹਾ ਹੈ ਉਹਨਾਂ ਨੂੰ, ਜਿਸ ਤੋਂ ਬਾਅਦ ਉਹ ਲਗਾਤਾਰ ਜਾਂਚ ਕਰ ਰਹੇ ਨੇ। ਤੇ ਹੁਣ ਇਸ ਦੇ ਵਿੱਚ ਪ੍ਰਿੰਸ ਜਾਰਜ RCMP ਨੇ ਆਮ ਲੋਕਾਂ ਤੋਂ ਇੱਕ ਸਹਿਯੋਗ ਮੰਗਿਆ। ਉਹ ਤੁਹਾਨੂੰ ਦੱਸਦੇ ਹਾਂ। ਪ੍ਰਿੰਸ ਜਾਰਜ ਦੇ ਵਿੱਚ ਕੱਲ ਇੱਕ ਮੋਟੇਲ ਨੂੰ ਅੱਗ ਲੱਗਣ ਕਰਕੇ 3 ਲਾਸ਼ਾਂ ਮਿਲੀਆਂ ਸਨ, ਜਿਸ ਤੋਂ ਬਾਅਦ ਪ੍ਰਿੰਸ ਜਾਰਜ RCMP ਦੇ ਵੱਲੋਂ ਅੱਜ ਇਸ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਤੇ ਮਦਦ ਦੀ ਮੰਗ ਕੀਤੀ ਗਈ ਹੈ, ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਖਾਸ ਟ੍ਰੇਨ ਕੀਤੇ ਹੋਏ ਫਾਇਰ ਇਨਵੈਸਟੀਗੇਟਰ ਜੋ ਕਿ RCMP ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ, ਉਹ ਅਗਲੇ ਕਈ ਦਿਨਾਂ ਤੱਕ ਉਸ ਮੋਟੇਲ ਦੇ ਵਿੱਚ ਸਬੂਤ ਇਕੱਠੇ ਕਰਨਗੇ ਤੇ ਲਗਾਤਾਰ ਜਾਂਚ ਕਰਨਗੇ। ਪ੍ਰਿੰਸ ਜਾਰਜ RCMP ਨੇ ਇਸ ਮੌਕੇ ਜਾਣਕਾਰੀ ਦਿੱਤੀ ਹੈ, ਨਾਲੇ ਕਿਹਾ ਕਿ ਜੇਕਰ ਕਿਸੇ ਕੋਲ ਵੀ ਵੀਡੀਓ ਜਾਂ ਫੋਟੋਜ਼ ਉਸ ਸਮੇਂ ਦੀਆਂ ਜਦੋਂ ਸਵੇਰੇ 7 ਵਜੇ ਤੋਂ ਲੈ ਕੇ ਸਵੇਰੇ 9 ਵਜੇ ਦੇ ਦਰਮਿਆਨ ਇਹ ਵਾਪਰਿਆ ਬੁੱਧਵਾਰ ਨੂੰ 8 ਜੁਲਾਈ ਦੇ ਦਿਨ ਕਿਸੇ ਕੋਲ ਵੀ ਮੌਜੂਦ ਹੋਣ ਤਾਂ ਉਹਨਾਂ ਦੇ ਨਾਲ ਸਾਂਝੀਆਂ ਜ਼ਰੂਰ ਕੀਤੀਆਂ ਜਾਣ, ਜਿਸ ਦੇ ਲਈ ਪੁਲਿਸ ਨਾਲ 2505613300 ਦੇ ਉੱਤੇ ਫੋਨ ਕਰਕੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਉਸ ਸਮੇਂ ਨੇੜਿਓਂ ਜੇ ਕੋਈ ਵਾਹਨ ਲੰਘ ਰਿਹਾ ਸੀ ਤੇ ਉਸ ਦੀ ਡੈਸ਼ ਕੈਮ ਵੀਡੀਓ ਮੌਜੂਦ ਉਸ ਕੋਲ ਹੋਵੇ ਤਾਂ ਉਹ ਵੀ ਸਾਂਝੀ ਕੀਤੀ ਜਾਵੇ। ਸੈੱਲ ਫੋਨ ਦੇ ਉੱਤੇ ਜੇਕਰ ਕਿਸੇ ਨੇ ਫੋਟੋਆਂ ਖਿੱਚੀਆਂ ਹੋਣ ਜਾਂ ਫਿਰ ਕਿਤੇ ਨੇੜੇ CCTV ਕੈਮਰਾ ਦੇ ਵਿੱਚ ਉਹ ਮੋਟੇਲ ਦਿਖਾਈ ਦਿੰਦਾ ਹੋਵੇ, ਉਸ ਦੇ ਬਾਰੇ ਵੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ। ਮਾਮਲੇ ਦੀ ਜਾਂਚ BC ਕੋਰਨਰ ਸਰਵਿਸ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਨਾਲ ਦੀ ਨਾਲ। ਤੇ ਇਸ ਮੌਕੇ ਪੁਲਿਸ ਨੇ ਕਿਹਾ ਕਿ 3 ਮੌਤਾਂ ਦਾ ਮਾਮਲਾ ਕਾਫੀ ਜ਼ਿਆਦਾ ਸ਼ੱਕੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਗੰਭੀਰਤਾ ਨਾਲ ਜਾਂਚ ਕਰ ਰਹੇ ਨੇ। ਤੇ ਇਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦੇ ਵੱਲੋਂ ਅਜਿਹੀ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਕਿ ਮਦਦਗਾਰ ਸਾਬਤ ਹੋਵੇਗੀ ਤਾਂ ਉਸ ਨੂੰ ਇਨਾਮ ਵੀ ਮਿਲੇਗਾ। ਓਟਵਾ ਵਿੱਚ ਕਮਿਊਨਿਸਟ ਪੀੜਤਾਂ ਦੇ ਵਾਸਤੇ ਯਾਦਗਾਰ ਬਣਾਉਣੀ ਸ਼ੁਰੂ ਕੀਤੀ ਗਈ ਹੈ ਤੇ ਉਸ ਦੇ ਬਾਹਰ ਆਰਜ਼ੀ ਤੌਰ ਤੇ ਜਿਹੜਾ ਬੋਰਡ ਲੱਗਿਆ ਹੋਇਆ ਹੈ ਉਸ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਖਰਾਬ ਕੀਤਾ ਗਿਆ, ਉਸ ਦੇ ਉੱਤੇ ਟਿੱਪਣੀਆਂ ਕਰਕੇ। ਓਟਵਾ ਵਿੱਚ ਵੈਲਿੰਗਟਨ ਸਟਰੀਟ ਦੇ ਉੱਤੇ ਕਮਿਊਨਿਜ਼ਮ ਦੇ ਪੀੜਤਾਂ ਦੇ ਵਾਸਤੇ ਜਿਹੜੀ ਯਾਦਗਾਰ ਬਣਾਈ ਜਾਣੀ ਹੈ, ਉਸ ਦੇ ਨਿਰਮਾਣ ਤੋਂ ਪਹਿਲਾਂ ਆਰਜ਼ੀ ਤੌਰ ਦੇ ਉੱਤੇ ਜਿਹੜਾ ਉੱਥੇ ਬੋਰਡ ਲੱਗਿਆ ਹੋਇਆ ਹੈ ਉਸ ਨੂੰ ਕਿਸੇ ਦੇ ਵੱਲੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੇ ਉੱਤੇ ਪੀਲੇ ਰੰਗ ਨਾਲ ਕਮਿਊਨਿਜ਼ਮ ਵਿਲ ਵਿਨ ਲਿਖਿਆ ਹੋਇਆ ਹੈ ਤੇ ਨਾਲ ਕੁਝ ਸਾਈਨ ਬਣਾਏ ਹੋਏ ਨੇ। ਜਿਹੜੇ ਇਹ ਸਾਈਨ ਬਣਾਏ ਹੋਏ ਨੇ ਇਸ ਦੇ ਕਈ ਮਤਲਬ ਨਿਕਲਦੇ ਨੇ, ਜਿਸ ਦੇ ਵਿੱਚ ਇੱਕ ਮਤਲਬ ਇਹ ਵੀ ਹੈ ਕਿ ਇਸ ਨੂੰ ਨਸਲੀ ਭੇਦਭਾਵ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਨਾਲ ਹੀ ਇਹ ਸਾਈਨ ਸੋਵੀਅਤ ਰਸ਼ੀਆ ਦੇ ਨਾਲ ਵੀ ਜੋੜਿਆ ਜਾਂਦਾ ਹੈ। ਇਸ ਦੌਰਾਨ ਜਦੋਂ ਇਸ ਬੋਰਡ ਨੂੰ ਖਰਾਬ ਕਰਨ ਦੇ ਵਾਸਤੇ ਅਜਿਹੀ ਟਿੱਪਣੀ ਲਿਖੀ ਗਈ ਤੇ ਇਹ ਸਾਈਨ ਬਣਾਏ ਗਏ ਤਾਂ ਉਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਮਿਊਨਿਜ਼ਮ ਦੇ ਪੀੜਤਾਂ ਦੀ ਯਾਦਗਾਰ ਵਿੱਚ ਜਿਵੇਂ ਕਿ ਇਹ ਯਾਦਗਾਰ ਬਣਾਈ ਜਾਣੀ ਹੈ ਤਾਂ ਅਜਿਹੀਆਂ ਟਿੱਪਣੀਆਂ ਮੁੜ ਤੋਂ ਉਹਨਾਂ ਨੂੰ ਪੀੜਤ ਬਣਾਉਂਦੀਆਂ ਨੇ। ਓਟਵਾ ਪੁਲਿਸ ਨੇ ਕਿਹਾ ਕਿ ਕੈਨੇਡਾ ਡੇ ਦੇ ਆਸ-ਪਾਸ ਕਿਸੇ ਦੇ ਵੱਲੋਂ ਅਜਿਹਾ ਕੀਤਾ ਗਿਆ ਹੈ, ਜਿਸ ਦੇ ਲਈ ਪੁਲਿਸ ਨੇ ਮਦਦ ਦੀ ਮੰਗ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਪਤਾ ਹੋਵੇ ਕਿ ਆਖਿਰ ਕਿਹਨਾਂ ਦੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਤਾਂ ਉਸ ਦੇ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇ। ਇੱਥੇ ਜ਼ਿਕਰਯੋਗ ਹੈ ਕਿ 2021 ਦੇ ਵਿੱਚ ਇਸ ਯਾਦਗਾਰ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ। ਇਸ ਯਾਦਗਾਰ ਨੂੰ ਪਹਿਲਾਂ ਸੁਪਰੀਮ ਕੋਰਟ ਆਫ ਕੈਨੇਡਾ ਦੇ ਕੋਲ ਬਣਾਇਆ ਜਾਣਾ ਸੀ, ਪਰ ਬਾਅਦ ਵਿੱਚ ਫਿਰ ਫੈਸਲਾ ਲਿਆ ਗਿਆ ਕਿ ਵੈਲਿੰਗਟਨ ਸਟਰੀਟ ਦੇ ਉੱਤੇ ਇਸ ਨੂੰ ਬਣਾਇਆ ਜਾਵੇਗਾ। ਓਟਵਾ ਪੁਲਿਸ ਨੇ ਕਿਹਾ ਕਿ ਇਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ 6132361222 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੱਲ ਉੱਠੀ ਸੀ ਕਿ ਐਮਰਜੈਂਸੀ ਰੂਮਸ ਦੇ ਵਿੱਚ ਸਟਾਫ ਵੱਲੋਂ ਮੂਲ ਨਿਵਾਸੀਆਂ ਨਾਲ ਨਸਲੀ ਭੇਦਭਾਵ ਸੰਬੰਧੀ ਇੱਕ ਗੇਮ ਖੇਡੀ ਜਾ ਰਹੀ ਸੀ, ਜਿਸ ਤੋਂ ਬਾਅਦ ਜਾਂਚ ਵੀ ਹੋਈ ਤੇ ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਿਹਾ ਕਿ ਅਜਿਹਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਸੇ ਦੇ ਉੱਤੇ ਅੱਜ ਉਹਨਾਂ ਨੇ ਕਾਨਫਰੰਸ ਵੀ ਕੀਤੀ ਹੈ ਤੇ ਇਸ ਦੇ ਬਾਰੇ ਹੋਰ ਜਾਣਕਾਰੀ ਦਿੱਤੀ ਹੈ। So it's a great honor to be able to speak a bit about the status of this important investigation and to be joined, even in this time of social distancing, with Indigenous leadership that have come today
because, as they've indicated to me in the last 3 weeks, this is an issue of urgent concern. The issue of racism, and Indigenous specific racism in the British Columbia healthcare system. As members of the media who are on the line know, less than about 3 weeks ago, I was appointed by Minister Adrian Dix to conduct an independent investigation into some specific and highly disturbing allegations of racism in BC hospital emergency rooms, and also to take a wider look at anti-Indigenous discrimination in the provincial healthcare system as a whole. Since then, I've assembled a small team, and we've been busy mapping out the investigation, and we've been working closely with representatives of First Nations Health Authority, Métis Nation and BC, communities, leaders, and individuals who have already reached out to me to talk about their concerns about how they or their loved ones were treated in the healthcare system in BC. I have to say today that this investigation is not trying to determine whether racism exists in BC's healthcare system. It does exist, just as it does in every aspect of Canadian society. What we want to gauge through this investigation and this process is the range and extent of that racism, both individual and systemic, and how it affects the quality of healthcare for Indigenous people in this province. What we want this investigation to accomplish, besides shedding a much-needed light on this issue, is to make some sound, informed recommendations that can address racism in the healthcare system and can improve the experiences of Indigenous people, First Nations and Métis, or Inuit people if they're in our province, who are accessing that system. The review will be conducted in stages. We are now into a focused investigation on the specific allegations around the game that was played in the emergency rooms, which has allegedly involved staff guessing the blood alcohol levels of Indigenous patients. These are obviously very serious allegations and an egregious example of racism that demeans and devalues Indigenous people and our health. Our investigation will get to the bottom of those troubling allegations. However, I also want to caution that the investigation is not about blaming and shaming. Blaming and shaming is something that Indigenous people have experienced, and we certainly are not in the position where we want to reflect that back. That's not a healing process. That's not a truth-telling process. It is about truth-telling, and it's about doing the investigation and presenting an accurate report on the state of anti-Indigenous racism in the BC healthcare system. ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ। ਹਰ ਹਫਤੇ ਉਹਨਾਂ ਦੇ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਪੂਰੇ ਹਫਤੇ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੋਵਿਡ-19 ਦੇ ਨਾਲ ਲੜਨ ਵਾਸਤੇ ਜਾਂ ਫਿਰ ਹੋਰ ਜਿਹੜੇ ਸਰਕਾਰ ਦੇ ਵੱਲੋਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ਜਾਂ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਤੇ ਤਾਜ਼ਾ ਹਾਲਾਤ ਦੇ ਵਿੱਚ ਜਿਹੜੇ ਮੁੱਖ ਵਿਸ਼ੇ ਹੁੰਦੇ ਨੇ ਉਹਨਾਂ ਦੇ ਉੱਤੇ ਟਿੱਪਣੀ ਤੇ ਇਸ ਨਾਲ ਸੰਬੰਧਿਤ ਸਾਰੀ ਜਾਣਕਾਰੀ ਪ੍ਰੀਮੀਅਰ ਜੌਨ ਹੌਰਗਨ ਦੇ ਵੱਲੋਂ ਹਰ ਹਫਤੇ ਕਾਨਫਰੰਸ ਦੇ ਦੌਰਾਨ ਦਿੱਤੀ ਜਾਂਦੀ ਹੈ ਤੇ ਅੱਜ ਪ੍ਰੀਮੀਅਰ ਨੇ ਕੀ ਕੁਝ ਕਿਹਾ ਉਹ ਹੁਣ ਤੁਹਾਨੂੰ ਸੁਣਾਉਂਦੇ ਹਾਂ। I'm here today to update British Columbians on how the restart is going of our economy and talk about a range of issues as part of my regular media availability weekly. I think there's great reasons for optimism as we look at how our restart has been going across the province. We've continued to see relatively low cases, new cases of COVID-19, which speaks to the best approach that we could come up with, which was a gradual restart of the economy. We've seen some really positive indicators when it comes to public transit, ferry use, all going up, not even remotely close to the numbers that we had pre-pandemic, but we've seen successes. More and more people are coming out of their homes, participating in the economy, going to restaurants, shopping in retail outlets, and participating, broadly speaking, in the restart of our economy. We've seen examples like a $500 million investment by CN Rail here in British Columbia. Private sector investments like that are critical to our success going forward, and there are increasing numbers of companies that are looking at British Columbia as having successfully flattened the curve, having a skilled, dynamic, multicultural workforce that can help them advance their business interests. That means more private sector investment, which means more activity in the economy for people. We've also seen 24
television and movie of the week productions return to British Columbia, and we're hopeful that we'll get back to the full complement of TV and movie productions before the end of the summer. Every Thursday, I meet with premiers across the country, and we talk about the issues that are challenging for us collectively. I also meet with my Economic Recovery Task Force, which is business leaders, labor leaders, not-for-profit representatives, and Indigenous peoples, to talk about how they see the restart going and what they want to see as part of our plan to build a better British Columbia going forward. And I hear over and over again that people want us to continue to focus on the values that we brought to play before the pandemic, focusing on climate action with our Clean BC plan, working on restoration of relationships across the province, challenging people to do their best to make British Columbia as good as it can possibly be. That means making sure that our education system is robust and as fully operational as we can make it. A number of issues have arisen over the past number of months when it comes to education. We are the only province in the country that got kids back into a classroom in the past school year so that we can have good data and a better understanding of the challenges we'll face come September. Minister Fleming's been working with stakeholders up to July and will continue to work through the summer so that we can have a robust plan in place so that parents, teachers, and kids can have a good understanding of what the world will look like come September when we reopen our classrooms. So on balance, I'm pretty excited about where we are. I think about the past 4 months have been extremely challenging for British Columbians. We're far from out of the woods. COVID-19 is in British Columbia. We are doing our best to flatten the curve. We're taking advice from public health officials. We're spreading that as far as we can, and the public is responding. I have a friend who's been traveling the province, going from the Lower Mainland to the north to help with the arrival of a new grandchild. And he reports back to me that he's been visiting communities throughout the interior and into the northwest. People are adapting. People are finding ways to make do in this extraordinary time. It's the resilience of British Columbians that have allowed us to be in this privileged position in Canada, quite frankly, where we are tackling the public health issues head on, but also recognizing that our economy needs to continue to operate. Dr. Henry was very helpful in not putting in place obstacles, but rather identifying ways that we could work together in a healthy way so that our economy did not need to come to a complete stop. And we're paying dividends today as private sector investments look to BC as the place to be in the months and years ahead. So with ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।